नमस्कार, खबरां ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ। ਮੈਂ ਰਜਨੀ। ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਵਿੱਚ 7ਵੀਂ ਭਾਰਤੀ ਮੋਬਾਈਲ ਕਾਂਗਰਸ ਦਾ ਉਦਘਾਟਨ। ਕਿਹਾ, ਨੌਜਵਾਨ ਪੀੜ੍ਹੀ ਤਕਨੀਕੀ ਕ੍ਰਾਂਤੀ ਦੀ ਕਰ ਰਹੀ ਹੈ ਅਗਵਾਈ। ਪੰਜਾਬ ਦੇ 4 ਵਿਦਿਅਕ ਅਦਾਰਿਆਂ ਨੂੰ 5G ਯੂਜ਼ ਲੈਸ ਲੈਬ ਲਗਾਉਣ ਲਈ ਚੁਣਿਆ ਗਿਆ। ਪਿੰਡਾਂ ਤੇ HPCL ਵੱਲੋਂ ਬਾਇਓਗੈਸ ਪ੍ਰੋਜੈਕਟ ਲਗਾਉਣ ਸੰਬੰਧੀ ਸਮਝੌਤੇ ਤੇ ਦਸਤਖਤ। ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਅੱਜ ਜਲੰਧਰ ਵਿੱਚ ਸ਼ੋਭਾ ਯਾਤਰਾ ਸਜਾਈ ਗਈ। ਏਸ਼ੀਆਈ ਪੈਰਾ ਖੇਡਾਂ ਦੀ ਮੈਡਲਾਂ ਦੀ ਗਿਣਤੀ ਵਿੱਚ ਭਾਰਤ ਨੇ ਮਾਰੀ ਸੈਂਚੁਰੀ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 3 ਰੋਜ਼ਾ ਭਾਰਤੀ ਮੋਬਾਈਲ ਕਾਂਗਰਸ 2023 ਦੇ 7ਵੇਂ ਸੰਸਕਰਨ ਦਾ ਉਦਘਾਟਨ ਕੀਤਾ। ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਕਰਨ ਵਾਲੇ ਕਾਰਕਾਂ ਵਿੱਚ ਟੈਕਨੋਲੋਜੀ ਦੀ ਪ੍ਰਮੁੱਖਤਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਜੀਟਲ ਟੈਕਨੋਲੋਜੀ ਦੇ ਵਿਕਾਸ ਵਿੱਚ ਭਾਰਤ ਕਿਸੇ ਵੀ ਵਿਕਸਿਤ ਦੇਸ਼ ਤੋਂ ਪਿੱਛੇ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰ ਰਹੀ ਹੈ ਅਤੇ ਭਵਿੱਖ ਇੱਥੇ ਹੀ ਹੈ। हम हर क्षेत्र में पावर ऑफ डेमोक्रेटाइजेशन पर विश्वास करते हैं। भारत में विकास का लाभ हर वर्ग, हर क्षेत्र तक पहुंचे। भारत में संसाधनों का सभी को लाभ मिले, सभी को सम्मानजनक जीवन मिले और सभी तक टेक्नोलॉजी का फायदा पहुंचे। इस दौरान उन्होंने देश भर के विद्यक अदारियां नूं 100 5G यूज केस प्रयोगशालावां प्रदान कीतियां। यह पहलकदमी देश विच एक 6G तैयार अकादमी अते स्टार्टअप इकोसिस्टम बनाउण लई एक महत्वपूर्ण कदम है। हम न सिर्फ भारत में तेजी से 5G का विस्तार कर रहे हैं, बल्कि 6G के क्षेत्र में भी लीडर बनने की दिशा में बढ़ रहे हैं। हमारे यहां 2G के समय क्या हुआ था, नई पीढ़ी को पता नहीं होगा, लेकिन मैं इसका वर्णन नहीं करूंगा, वरना शायद मीडिया वाले उसी बात को पकड़ेंगे और किसी चीज को बताएंगे नहीं। लेकिन ये जरूर कहूंगा कि हमारे कालखंड में 4G का विस्तार हुआ, लेकिन एक दाग भी नहीं लगा है। इंडियन मोबाइल कांग्रेस एशिया का सब तो वड्डा दूरसंचार मीडिया और टैक्नोलॉजी फर्म है जो 27 तो 29 अक्तूबर तक ग्लोबल डिजिटल इनोवेशन की थीम ते आयोजित किया जा रहा है। पंजाब में 4 विद्यक अदारियां नूं 5G यूज केस लैब लगाउण लई चुनिया गया है। पेश है एक रिपोर्ट। ये 5G प्रयोगशालावां खेतीबाड़ी, सिक्ख्या, सेहत संभाल, रखिया, स्मार्ट ट्रांसपोर्ट ਅਤੇ स्मार्ट सिटीज समेत ਵੱਖ-ਵੱਖ ਖੇਤਰਾਂ ਵਿੱਚ ਯਤਨ ਕਰਕੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਇਹ 5G ਪ੍ਰਯੋਗਸ਼ਾਲਾਵਾਂ 4 ਵਿਦਿਅਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਨੇ। ਇਹਨਾਂ ਵਿੱਚ ਡਾਕਟਰ BR ਅੰਬੇਦਕਰ NIT ਜਲੰਧਰ, IIT ਰੋਪੜ, ਥਾਪੜ ਇੰਜੀਨੀਅਰਿੰਗ ਕਾਲਜ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਿਲ ਨੇ। NIT ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ BK ਕਨੌਜੀਆ ਨੇ ਇਹ प्रयोगशाला मिलन ते खुशी प्रगटांदियां कहा, NIT जालंधर भी एक 5G के लिए सेलेक्ट हुआ है, जिसमें 5G से रिलेटेड इनोवेशन और स्टार्टअप हैं वो स्टूडेंट के लिए हमें प्रेरित करना है और उसकी प्रॉब्लम को सॉल्व करने के लिए वो स्टूडेंट को इनकरेज करना है। इस रीजन में हम लोगों को ट्रेनिंग देना है, जो आसपास के एरिया हैं उसमें बच्चों को इससे रिलेटेड ट्रेनिंग देना है
और जो प्रधानमंत्री मोदी जी और इंडिया की जो एक्सपेक्टेशन है उसके अकॉर्डिंग हमें आउटपुट डिलीवर करना है कि जिससे हमारे स्टूडेंट और कंट्री सेल्फ सस्टेन बन सके। ਭਾਰਤੀ ਮੋਬਾਈਲ ਕਾਂਗਰਸ 2023 ਦਾ ਉਦੇਸ਼ ਭਾਰਤ ਦੀ ਸਥਿਤੀ ਨੂੰ ਪ੍ਰਮੁੱਖ ਆਧੁਨਿਕ ਤਕਨਾਲੋਜੀਆਂ ਦੇ ਵਿਕਾਸਕਾਰ, ਨਿਰਮਾਤਾ ਅਤੇ ਬਰਾਮਦਕਾਰ ਵਜੋਂ ਮਜ਼ਬੂਤ ਕਰਨਾ ਹੈ। ਦੂਰਦਰਸ਼ਨ ਸਮਾਚਾਰ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਰੋਜ਼ਗਾਰ ਮੇਲੇ ਦੌਰਾਨ ਦੇਸ਼ ਭਰ ਵਿੱਚ ਸਥਿਤ 37 ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 51,000 ਨਵਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵਿਭਾਗਾਂ ਸਮੇਤ ਰਾਜ ਸਰਕਾਰ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਹੋਣਗੀਆਂ। ਇਨ੍ਹਾਂ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਰੇਲ ਮੰਤਰਾਲੇ, ਡਾਕ ਵਿਭਾਗ, ਗ੍ਰਹਿ ਮੰਤਰਾਲੇ, ਉੱਚ ਸਿੱਖਿਆ ਵਿਭਾਗ ਅਤੇ ਹੋਰ ਮੰਤਰਾਲਿਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਵਿੱਚ ਪਟਿਆਲਾ ਲੋਕੋਮੋਟਿਵ ਵਰਕਰਸ ਵਿਭਾਗ ਵਿੱਚ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਨਿਯੁਕਤੀ ਪੱਤਰ ਵੰਡੇ ਜਾਣਗੇ। ਕਪੂਰਥਲਾ ਵਿੱਚ ਰੁਜ਼ਗਾਰ ਮੇਲੇ ਰੇਲ ਕੋਚ ਫੈਕਟਰੀ ਵਿੱਚ ਆਯੋਜਿਤ ਹੋਵੇਗਾ, ਜਿਸ ਦੌਰਾਨ ਕੇਂਦਰੀ ਊਰਜਾ ਅਤੇ ਭਾਰੀ ਸਨਅਤਾਂ ਬਾਰੇ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ ਊਰਜਾ ਵਿਕਾਸ ਏਜੰਸੀ ਪੈਡਾ ਨੇ ਸੂਬੇ ਵਿੱਚ 10 ਕੰਪਰੈਸਡ ਬਾਇਓਗੈਸ ਪ੍ਰੋਜੈਕਟ ਲਗਾਉਣ ਲਈ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਨਾਲ ਅੱਜ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਨੇ। ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਪਰਾਲੀ ਦੇ ਪ੍ਰਬੰਧਨ ਵਿੱਚ ਵੀ ਸਹਾਇਤਾ ਮਿਲੇਗੀ। ਪੈਟਰੋਲੀਅਮ ਕਾਰਪੋਰੇਸ਼ਨ ਦੀ ਕਾਰਜਕਾਰੀ ਨਿਦੇਸ਼ਕ ਸ਼ੁਵੇਂਦੂ ਗੁਪਤਾ ਨੇ ਦੱਸਿਆ ਹੈ ਕਿ ਕਾਰਪੋਰੇਸ਼ਨ ਵੱਲੋਂ ਸ਼ੁਰੂ ਵਿੱਚ ਤਕਰੀਬਨ 600 ਕਰੋੜ ਰੁਪਏ ਦੇ ਨਿਵੇਸ਼ ਨਾਲ 10 ਬਾਇਓਗੈਸ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ। ਇਨ੍ਹਾਂ ਪ੍ਰੋਜੈਕਟਾਂ ਰਾਹੀਂ 35,000 ਟਨ ਤੋਂ ਵੱਧ ਬਾਇਓਗੈਸ ਅਤੇ ਲਗਭਗ 8,700 ਟਨ ਜੈਵਿਕ ਖਾਦ ਦੇ ਉਤਪਾਦਨ ਦੇ ਨਾਲ ਤਕਰੀਬਨ 300 ਕਰੋੜ ਰੁਪਏ ਸਾਲਾਨਾ ਮਾਲੀਆ ਵੀ ਜਨਰੇਟ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ 600 ਵਿਅਕਤੀਆਂ ਨੂੰ ਸਿੱਧੇ ਤੌਰ ਤੇ ਅਤੇ 1500 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਵੀ ਮਿਲੇਗਾ। ਪੈਡਾ ਦੇ ਅਧਿਕਾਰੀ ਅਮਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ 10 ਪ੍ਰੋਜੈਕਟਾਂ ਦੇ ਸ਼ੁਰੂ ਹੋਣ ਨਾਲ 1.10 ਲੱਖ ਏਕੜ ਰਕਬੇ ਵਿੱਚ ਪੈਦਾ ਹੋਣ ਵਾਲੀ ਤਕਰੀਬਨ 2.75 ਲੱਖ ਟਨ ਪਰਾਲੀ ਦੀ ਖਪਤ ਹੋਵੇਗੀ, ਜਿਸ ਨਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਇਨ੍ਹਾਂ ਪ੍ਰੋਜੈਕਟਾਂ ਨਾਲ ਲਗਭਗ 5 ਲੱਖ ਟਨ ਸਾਲਾਨਾ ਕਾਰਬਨ ਡਾਈਆਕਸਾਈਡ ਅਤੇ ਹੋਰ ਪ੍ਰਦੂਸ਼ਕਾਂ ਦੀ ਨਿਕਾਸ ਨੂੰ ਰੋਕਿਆ ਜਾਵੇਗਾ, ਜੋ ਕਿ ਸਾਲਾਨਾ 83,000 ਰੁੱਖ ਲਗਾਉਣ ਦੇ ਬਰਾਬਰ ਹੈ। ਚੋਣ ਕਮਿਸ਼ਨ ਨੇ ਅੱਜ ਤੋਂ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿੱਚ ਨੌਜਵਾਨ ਵੋਟਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਮੁਹਿੰਮ ਉਨ੍ਹਾਂ 5 ਰਾਜਾਂ ਵਿੱਚ ਨਹੀਂ ਚੱਲੇਗੀ ਜਿੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਇਸ ਦੌਰਾਨ ਪੰਜਾਬ ਵਿੱਚ ਵੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਜ ਮੋਹਾਲੀ ਵਿਖੇ ਇੱਕ ਰਾਜ ਪੱਧਰੀ ਵੋਟਰ ਜਾਗਰੂਕਤਾ ਪ੍ਰੋਗਰਾਮ 'ਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਅਤੇ ਮੋਹਾਲੀ ਦੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇੱਕ ਸਾਈਕਲ ਰੈਲੀ ਵੀ ਕੱਢੀ ਗਈ। आज 27 अक्टूबर से लेकर 9 दिसंबर तक हमारी स्पेशल समरी रिविजन चलेगा। उसके दौरान एक 4 दिन स्पेशल कैंपेन रहेंगे, वो 3 और 4 नवंबर को और 2 और 3 दिसंबर को होगा, जहाँ पे बूथ लेवल ऑफिसर्स है वो अपने बूथ पे प्रेजेंट रहेंगे और लोगों की जो वोटर सुधाई का काम है उसकी फॉर्म्स वगैरह ले लेंगे और जो आगे प्रोसेस है वो चलता रहेगा। ਅਜਿਹੇ ਜਾਗਰੂਕਤਾ ਪ੍ਰੋਗਰਾਮ ਜਲੰਧਰ, ਪਠਾਨਕੋਟ, ਫਾਜ਼ਿਲਕਾ, ਪਟਿਆਲਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਵੀ ਕਰਵਾਏ ਗਏ। समावेशी उद्यमता के मकसद नाल शुरू की गई प्रधानमंत्री स्वनिधि योजना नाल रेहड़ी फड़ी वालियां दी जिंदगी बदल रही है। SBI दी हाल ही दे विच आई एक रिसर्च रिपोर्ट विच खुलासा होया है कि किवें स्वनिधि योजना ने शहरां विच काम करन नाल छोटे कारोबारियां नूं आर्थिक मदद नाल तरक्की दे लोड़ींदे मौके दिते ने। SBI ने रिपोर्ट विच कहा है कि प्रधानमंत्री स्वनिधि योजना दे 75% लाभार्थी हेठले वर्ग तो आउंदे हन, जिन्हां विच 44% तां OBC ने। कोरोना काल विच केंद्र सरकार ने शहरां विच सड़कां कंढे फड़ियां लगाउण वाले ਲੱਖਾਂ ਵਿਅਕਤੀਆਂ ਨੂੰ ਆਰਥਿਕ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਇਸ ਸਕੀਮ ਤੇ ਆਪਣੀ ਖੋਜ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਪ੍ਰਧਾਨ ਮੰਤਰੀ ਸਵੈਨਿਧੀ ਦੇ ਬਦਲਾਅਕਾਰੀ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਟ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਇਸ ਸਕੀਮ ਦੀ ਤਾਰੀਫ ਕੀਤੀ ਹੈ। ਉਨ੍ਹਾਂ ਮਾਈਕਰੋ ਬਲੌਗਿੰਗ ਪਲੇਟਫਾਰਮ X ਤੇ ਪੋਸਟ ਕਰਦਿਆਂ ਕਿਹਾ ਕਿ ਭਾਰਤੀ ਸਟੇਟ ਬੈਂਕ ਦੇ ਸੋਮਿਆ ਕਾਂਤੀ ਕੋਸ਼ ਦੀ ਇਹ ਡੂੰਗੀ ਖੋਜ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ ਬਦਲਾਅਕਾਰੀ ਅਸਰ ਦੀ ਇੱਕ ਬਹੁਤ ਸਪਸ਼ਟ ਤਸਵੀਰ ਪੇਸ਼ ਕੀਤੀ ਹੈ।
इस रिपोर्ट योजना की समावेशी प्रकृति ਨੂੰ ਦਰਸਾਉਂਦੀ ਹੈ ਅਤੇ ਇਸ ਤੇ ਰੋਸ਼ਨੀ ਪਾਉਂਦੀ ਹੈ ਤੇ ਇਸ ਨੇ ਵਿੱਤੀ ਸਸ਼ਕਤੀਕਰਨ ਨੂੰ ਕਿਸ ਤਰ੍ਹਾਂ बढ़ावा ਦਿੱਤਾ ਹੈ। SBI ਰਿਪੋਰਟ ਦੇ ਵਿੱਚ PM ਸਵੈਨਿਧੀ ਯੋਜਨਾ ਨਾਲ ਹੋਏ ਵੱਡੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਯੋਜਨਾ ਨੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਮਦਦ ਨਾਲ ਤਰੱਕੀ ਦੇ ਲੋੜੀਂਦੇ ਮੌਕੇ ਦਿੱਤੇ ਨੇ। इस योजना विच 65% कर्जदार 26 तो 45 उम्र वाले ने, कुल लाभार्थियों विचों 43% औरतां ने। रिपोर्ट विच कहा गया कि औरतां दी हिस्सेदारी होण नाल शहरी औरतां दी उद्यमशीलता नूं हलाशेरी मिली है, क्यों जो उन्हां दियां ਸਮਰੱਥਾਵਾਂ ਦੇ ਸਸ਼ਕਤੀਕਰਨ ਨੂੰ ਦਰਸਾਉਂਦਾ ਹੈ। ਇਸ ਸਕੀਮ ਦੀ ਸਫਲਤਾ ਨਾਲ ਉਨ੍ਹਾਂ ਲੋਕਾਂ ਨੂੰ ਹੋਰ ਹਲਾਸ਼ੇਰੀ ਮਿਲ ਰਹੀ ਹੈ ਜਿਹੜੇ ਕਰਜ਼ਾ ਵਾਪਸ ਕਰ ਰਹੇ ਨੇ। अभी क्रेडिट फॉर्मलाइज्ड हो रहा है और जिस डिपॉजिट्स जो यूज कर रहे हैं, जिसके पास अच्छा क्रेडिट हिस्ट्री है, वो फ्यूचर में भी लोन ले सकते हैं। अगर ये ट्रेंड बरकरार रहे, ये जो क्रेडिट ग्रोथ अभी 15-16% है, फ्यूचर में भी ऐसे रहेंगे, क्योंकि जो आज दिन हम देख रहे हैं कि बहुत सारे लोग जो बॉटम ऑफ द पिरामिड है, जिसको हम बोलते हैं NTC, न्यू टू क्रेडिट, वो सिस्टम में जुड़ रहे हैं। ये इंपॉर्टेंट नहीं है कि कितना रुपये का लोन ले रहा है, ये इंपॉर्टेंट है कि अगर आप सिस्टम में जोड़े, आपका एक क्रेडिट हिस्ट्री बन जाए, फ्यूचर में आपको बैंक से पैसा मिलेगा। व्यक्तिगत करदातावां ने मुलांकन साल 2021-22 विच 6 करोड़ 37 लाख रिटर्नां दायर कीतियां, जो कि मुलांकन साल 2013-14 विच दायर कीतियां गईयां 3 करोड़ 36 लाख रिटर्नां तो 90% वध ने। खजाना मंत्रालय ने कहा है कि 2021-22 ਅਤੇ 2013-14 दरमियान व्यक्तिगत टैक्स दातावां दी कुल औसतन आमदन विच 56% ਦਾ ਵਾਧਾ ਹੋਇਆ है। मुलांकन वरां 2023-24 विच हुण तक 7 करोड़ 41 लाख रिटर्नां फाइल हो चुकियां ने, जिस विच पहली बार रिटर्न भरन वाले 53 ਲੱਖ ਟੈਕਸ ਦਾਤਾ ਸ਼ਾਮਲ ਨੇ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਵੱਖ-ਵੱਖ ਸੁਧਾਰ ਉਪਾਵਾਂ ਕਾਰਨ ਆਮਦਨ ਕਰਦਾਤਾਵਾਂ ਦਾ ਘੇਰਾ ਵਧਿਆ ਹੈ। 2013-14 ਤੋਂ 2021-22 ਵਿਚਕਾਰ ਅਜਿਹੇ ਵਿਅਕਤੀਗਤ ਟੈਕਸ ਦਾਤਾਵਾਂ ਨੇ 295% ਜ਼ਿਆਦਾ ਰਿਟਰਨਾਂ ਭਰੀਆਂ, ਜਿਨ੍ਹਾਂ ਦੀ ਕੁੱਲ ਆਮਦਨ 5 ਲੱਖ ਰੁਪਏ ਤੋਂ 10 ਲੱਖ ਰੁਪਏ ਦੇ ਵਿਚਕਾਰ ਸੀ। खुली मंडी विच कणक की उपलब्धता नूं वधाउण ते उस दीआं कीमतां नूं काबू विच रखण लई 1 नवंबर तो खुली मंडी विक्री स्कीम अधीन एक बोलीकार वल्लों खरीदी जा सकण वाली वध तो वध मात्रा नूं 100 मीट्रिक टन तो वधा के 200 मीट्रिक टन कर दिता गया है अते पूरे देश विच प्रति नीलामी की कुल मात्रा नूं 2 लाख मीट्रिक टन तो वधा के 3 लाख मीट्रिक टन कर दिता गया है। चावल, कणक अते आटे दीआं परचून कीमतां नूं कंट्रोल करन लई बाजार विच दखल देण वास्ते भारत सरकार की पहलकदमी दे हिस्से वजों कणक अते चावल की हफ्तावार नीलामी की जाती है। 2023-24 की 18वीं ई नीलामी 26 अक्तूबर को हुई सी। देश भर में 444 डिपुआं तो 2.01 लाख मीट्रिक टन कणक की पेशकश की गई सी। ई नीलामी में कणक लई 2763 सूचीबद्ध खरीददारों ने हिस्सा लिया। 1.92 लाख मीट्रिक टन 2318 सफल बोलीकारां वेची गई। पंजाब सरकार ने दिवाली, गुरपुरब, क्रिसमस और नवे साल मौके थोड़े समय लिए ही हरे पटाखे चलाने की इजाजत देने का फैसला किया है। वातावरण मंत्री गुरमीत सिंह मीथियर ने एक प्रेस बयान में कहा है कि सुप्रीम कोर्ट, राष्ट्रीय ग्रीन ट्रिब्यूनल, पंजाब ते हरियाणा हाई कोर्ट और केंद्रीय वातावरण, जंगलात ते जलवायु परिवर्तन मंत्रालय दी हिदायतां की पालना करदिआं सूबा सरकार हरे पटाखियां की वरतों नूं उत्साहित कर रही है। मीथियर ने कहा कि दिवाली वाले रात 8 तो लैके 10 बजे तक, गुरपुरब मौके सवेरे 4 तो 5 बजे और रात 9 तो 10 बजे तक, क्रिसमस की रात 11:55 तो लैके सवेरे 12:30 बजे तक और नवे साल की पूर्व संध्या मौके 11:55 तो सवेरे 12:30 बजे तक ही सिर्फ हरे पटाखे चलाए जा सकते हैं। उन्होंने कहा है कि यह हिदायतां जिहड़ियां दित्तियां गईयां ने ते पटाखियां की विक्री लाइसेंस शुदा व्यापारियों राही ही की जावे अते कोई भी ई-कमर्स वैबसाइट सूबे विच ना तो ऑनलाइन ऑर्डर लवेगी ते ना ही ऑनलाइन विक्री करेगी। इस बारे प्रदूषण कंट्रोल बोर्ड नूं सूबे दे चोणवें शहरां विच निगरानी करन दे निर्देश भी दित्ते गए ने। भगवान वाल्मीकि जी की प्रकाश पुरब नाल संबंधित अज जलंधर विच शोभा यात्रा सजाई गई। भगवान वाल्मीकि जी के जीवन अति फलसफे नाल संबंधित सुंदर झाकियां, बैंड दस्ते अते कीर्तन मंडलियां शोभा यात्रा विच शामिल होईयां। शोभा यात्रा की राह विच संगतां वल्लों वख-वख पकवानां ते लंगर लगाए गए। वख-वख राजनीतिक, समाजिक अते धार्मिक शख्सियतां ने इस शोभा यात्रा विच शिरकत की।
40वें इंडियन ऑयल सर्वो सुरजीत हॉकी टूर्नामेंट के अज तीजे दिन आर्मी 11 दिल्ली का मुकाबला पंजाब पुलिस जलंधर नाल चल रहा है। समाचार लिखे जाने तक पंजाब पुलिस 1 गोल तो अगे चल रही सी। इस मैच तो बाद इंडियन ऑयल मुंबई का मुकाबला CAG दिल्ली नाल होवेगा। चीन की हांगझू विच एशियाई पैरा खेडा दौरान भारत के मैडलों की गिनती की सेंचुरी बना ली है। इन्हां 100 तमगियां विच 25 सोने दे, 30 चांदी दे अते 45 कांसे दे तगमे शामिल ने। 2018 विच इंडोनेशिया पैरा खेडा विच भारत ने 72 तमगे जिते सन। शीतल देवी ने अज तीरंदाजी कंपाउंड ओपन मुकाबले दे विच सोने का तमगा जित के शुरुआत की। सुहास यतिराज ने बैडमिंटन सिंगल्स SL4 विच सोने का तमगा जितया। बैडमिंटन सिंगल्स SL3 मुकाबले भारत नूं 2 तमगे मिले। प्रमोद भगत ने सोने ते नितेश कुमार ने चांदी का तगमा जितया। महिला सिंगल्स SU5 श्रेणी दे विच तुलसीमती मुरुगेसन ने सोने का तगमा जितया, जबकि मर्दां दी 1500 मीटर T38 दौड़ विच रमन शर्मा नूं सोने का तगमा अते डिस्कस थ्रो दे विच दविंदर कुमार नूं सोने का तगमा मिलिया। खबरां दे बुलेटिन सरदर्शक RNU DDK जलंधर दे YouTube चैनल, Facebook पेज अते X ते भी देख सकते हैं। इस दे नाल ही खबरां दा बुलेटिन खत्म होया। दिओ आग्या, नमस्कार।